ਐਂਬੂਲੈਂਸ ਜਿਹੜੀ ਹੈ ਸੀ ਉਹਦੇ 52 ਬੰਦੇ ਸਨ। ਇੱਕ ਐਂਬੂਲੈਂਸ ਜੀ ਇੱਕ ਐਂਬੂਲੈਂਸ ਦੇ ਵਿੱਚ 52 ਬੰਦੇ ਉਹਨਾਂ ਨੇ ਪਾਏ ਸਨ, 52 ਬੰਦੇ ਗਿਣ ਕੇ। ਠੀਕ ਹੈ, ਇਸਤੰਬੁਲ ਤੋਂ ਯੂਨਾਨ ਦੇ ਬਾਰਡਰ ਤੇ ਲਿਆਉਣ ਵਾਸਤੇ। ਨਹੀਂ ਇਸਤੰਬੁਲ ਤੋਂ ਬਾਰਡਰ ਤੋਂ ਤਾਂ ਅਸੀਂ ਇਸੇ ਟਾਈਮ ਵਿੱਚ ਗਿਆ ਸਾਂ ਨਾ। ਸਾਨੂੰ ਏਜੰਟਾਂ ਨੇ ਕਿਹਾ ਸੀ ਕਿ ਤੁਸੀਂ ਜਾਣਾ ਹੈ ਤੇ ਅੱਗੇ ਤੁਹਾਡੇ ਸ਼ਿਪ ਆਏਗਾ। ਅੱਗੇ ਗਿਆ ਤੇ ਸਵੇਰ ਸਪੀਡ ਬੋਟ ਸੀ ਤੇ ਅਸੀਂ ਉਸ ਜਗ੍ਹਾ ਰੌਲਾ ਪਾਇਆ। ਉਹਨੇ ਕਿਹਾ ਜੀ ਯੂਨਾਨ ਜਾਣਾ ਜੀ ਜਾਂ ਪਾਕਿਸਤਾਨ ਜਾਣਾ ਜੀ। ਮਜਬੂਰਨ ਸਾਨੂੰ ਫਿਰ ਸਪੀਡ ਬੋਟ 'ਤੇ ਬਹਿਣਾ ਪੈ ਗਿਆ। ਇਹ ਜਿਹੜਾ ਸੀਨ ਹੈ ਇਹ ਮੈਨੂੰ ਕਦੀ ਨਹੀਂ ਭੁੱਲਦਾ। ਮੈਂ ਆਪਣੀ ਮੌਤ ਬੜੀ ਕਰੀਬ ਨਾਲ ਵੇਖੀ ਉਸ ਦਿਨ। ਇਹ ਕਹਿੰਦੇ ਨੇ ਕਿ ਕਿਸੇ ਕੋਲ ਮਤਲਬ ਤੁਸੀਂ ਬਦਲਾ ਲੈਣਾ ਹੋਵੇ ਨਾ, ਉਹਦਾ ਬਿਹਤਰੀਨ ਹੱਲ ਹੈ ਕਿ ਤੁਸੀਂ ਉਹਨੂੰ ਡੰਕੀ ਤੇ ਪਾ ਦਿਓ। अस्सलाम वालेकुम जी वालेकुम सलाम। बहुत शुक्रिया सर, आपने टाइम दिया। अपना नाम दसो। मियाँ शकील। मियाँ शकील साहब, सर कितनी देर हो गई ग्रीस रहंदे? तकरीबन 17 साल। 17 साल। पाकिस्तान केड़ा इलाका है? जंग दे जी। सर थोड़ा जिहा अपनी जर्नी बारे दसो। यकीनन ह्यूज एक्सपीरियंस है तुहाडा, 17 साल दी जर्नी है। मुख्तसर नाजरीन नूं पहलां दसो कि तुसीं किवें आए और किन मुश्किलात का सामना करना पैंदा जिहड़ा रस्ता है, जिवें एजेंट लोग कहंदे ने क्या आया वैसे ही हुंदा है या उहदे बरक्स हुंदा है? ये तो वाकई बड़ा मुश्किल है रस्ता वे। ਅਸੀਂ ਜਿਸ ਤਰ੍ਹਾਂ ਆਏ ਸ਼ੁਰੂ ਤੋਂ ਪਾਕਿਸਤਾਨ ਤੋਂ ਮਤਲਬ ਜੰਗ ਤੋਂ ਉੱਥੋਂ ਸਫ਼ਰ ਕੀਤਾ ਲਾਹੌਰ ਤੋਂ ਫਿਰ ਵਾਇਆ ਟ੍ਰੇਨ ਕਰਾਚੀ ਤੋਂ ਫਿਰ ਉਹਨਾਂ ਨੇ ਸ਼ਾਹਜ਼ੋਰ ਡਾਲੇ ਦੇ ਵਿੱਚ ਸਾਨੂੰ ਪਾਇਆ ਮਤਲਬ ਓਪਨਲੀ। ਕੋਈ ਚੱਕਰ ਨਹੀਂ। ਇੱਕ ਟਰੱਕ ਅੱਡੇ ਦੇ ਵਿੱਚ ਉਹਨਾਂ ਨੇ ਮਤਲਬ ਸਾਨੂੰ ਕਮਰਾ ਦਿੱਤਾ ਸੀ ਛੋਟਾ ਜਿਹਾ ਨਾ। ਉਸ ਛੋਟੇ ਜਿਹੇ ਕਮਰੇ ਦੇ ਵਿੱਚ ਉਹਨਾਂ ਨੇ ਸਾਨੂੰ ਕਮ ਸੇ ਕਮ ਮੇਰਾ ਖਿਆਲ ਜਿਸ ਤਰ੍ਹਾਂ ਆਮ ਰੂਟੀਨ ਕਿਚਨ ਹੁੰਦੀ ਹੈ, ਕਿਚਨ ਨਵਾਂ ਕਮਰਾ ਸੀ। ਉਹਦੇ ਚ ਮੇਰਾ ਖਿਆਲ ਉਹਨਾਂ ਨੇ ਤਕਰੀਬਨ ਅੰਦਾਜ਼ਾ 10 ਬਾਈ 10 ਦਾ ਉਹ ਰੂਮ ਨਹੀਂ ਹੋਣਾ, ਲੇਕਿਨ ਉਹਦੇ ਚ ਮੇਰਾ ਖਿਆਲ ਹੈ ਕਮ ਸੇ ਕਮ ਉਹਨਾਂ ਨੇ 80 ਤੋਂ 90 ਲੋਕ ਪਾਏ ਸਨ 10 ਬਾਈ 10 ਦੇ ਰੂਮ ਵਿੱਚ। ਤੇ ਡੰਗਰਾਂ ਮਤਲਬ ਸਾਡੇ ਹੀ ਇਸ ਥੱਲੇ ਟਰੱਕ ਅੱਡਾ ਸੀ, ਉੱਤੇ ਕਮਰਾ ਸੀ। ਉਸ ਬਾਅਦ ਉਹਨਾਂ ਨੇ ਸਾਨੂੰ ਸ਼ਾਹਜ਼ੋਰ ਡਾਲੇ ਦੇ ਵਿੱਚ ਪਾਇਆ। ਸ਼ਾਹਜ਼ੋਰ ਡਾਲੇ 'ਚ ਪਾ ਕੇ ਸ਼ਰਿਆਮ ਲੈ ਗਏ ਨੇ, ਮਤਲਬ ਜਿਸ ਤਰ੍ਹਾਂ ਪੁੱਲਾਂ ਦੇ ਤਲੂ ਗੁਜ਼ਾਰਦੇ ਨਜ਼ਰ ਆਉਂਦਾ ਸੀ ਮਤਲਬ ਕਿ ਜਾ ਰਹੇ ਹਨ। ਉਸ ਤੋਂ ਬਾਅਦ ਫਿਰ ਅੱਗੇ ਗਏ ਆ ਗਵਾਦਰ ਗਏ ਆ। ਗਵਾਦਰ ਜਨਾਬ ਅੱਗੇ ਸ਼ਰਿਆਮ ਜਨਾਬ ਅੱਗੇ ਵੇਖਿਆ ਅਜੀਬ ਹੀ ਦੁਨੀਆ ਵੇਖੀ। ਉੱਥੇ ਇਹਨਾਂ ਡਾਲੇ ਆ ਰਹੇ ਨੇ ਜਨਾਬ, ਉਹਨਾਂ ਦੇ ਇਰਾਨੀਆਂ ਦੇ ਡਾਲੇ ਨੇ, ਬਲੋਚੀਆਂ ਦੇ ਡਾਲੇ ਨੇ, ਵਿੱਚ ਉਹਨਾਂ ਨੇ ਤੇਲਾਂ ਦੀ ਕੈਨਾਂ ਲੱਦੀਆਂ ਨੇ। ਉਹ ਜਨਾਬ ਸ਼ਰਿਆਮ ਜਾਨੀ ਕਿ ਕਰ ਰਹੇ ਸਨ, ਸਮਗਲਿੰਗ ਕਰ ਰਹੇ ਸਨ, ਤੇਲ ਵਗੈਰਾ ਲੈ ਰਹੇ ਸਨ। ਤੇ ਉਸ ਤੋਂ ਬਾਅਦ ਫਿਰ ਉੱਥੇ ਇੰਤਜ਼ਾਰ ਕਰਨ ਤੋਂ ਬਾਅਦ ਯਕੀਨ ਜਾਣੋ ਕਿ ਜਿਹੜਾ ਆਮ ਜਿਹੜਾ ਇਹ ਡਾਟਸਨ ਡਾਲਾ ਹੁੰਦਾ ਨਾ, ਇਸ ਤਰ੍ਹਾਂ ਦੇ ਡਾਲੇ ਸਨ। ਇੱਕ ਡਾਲੇ ਦੇ ਵਿੱਚ ਕਮੋ ਬੇਸ਼ ਪਿਛਲੀ ਸਾਈਡ ਤੇ ਅੱਗੇ ਤਾਂ ਤੁਹਾਨੂੰ ਪਤਾ ਕਿ ਡਰਾਈਵਰ ਹੁੰਦਾ ਜ਼ਿਆਦਾ 2 ਬੰਦੇ ਬਿਠਾ ਲੈਣਗੇ 3 ਬਿਠਾ ਲੈਣਗੇ। ਪਿਛਲੀ ਸਾਈਡ ਤੇ ਕਮ ਸੇ ਕਮ 60 ਬੰਦਾ ਉਹਦੇ ਚ ਮਤਲਬ ਲੱਦੇ ਸਨ। 60 ਬੰਦਾ 50 ਬੰਦਾ ਹੀ ਨਾਲ ਹੋ ਕੇ ਯਾਨੀ ਕਿ ਬੜਾ ਕਲੋਜ਼ ਬੜੀ ਜ਼ਿਆਦਤੀ ਕਰਦੇ ਸੀ। ਯਾਨੀ ਕਿ ਅਸੀਂ ਸ਼ੁਰੂ ਤੋਂ ਹੀ ਮਤਲਬ ਜ਼ਿਆਦਤੀ ਹੁੰਦੀ ਨੇ। ईरान तो तुर्की तुसीं किवें इंटर होए हो? ਉੱਥੋਂ ਫਿਰ ਅਸੀਂ ਤਕਰੀਬਨ ਉੱਥੇ ਮੇਰਾ ਖਿਆਲ 5 ਦਿਨ ਸਟੇ ਕੀਤਾ ਹੈ ਈਰਾਨ ਦੇ ਵਿੱਚ ਆਖਰੀ ਸ਼ਹਿਰ ਵਿੱਚ। ਤੇ ਉੱਥੋਂ ਬਾਰਡਰ ਦੇ ਏਰੀਏ 'ਚ ਸ਼ਹਿਰ ਸੀ, ਮੈਨੂੰ ਨਾਂ ਸਹੀ ਤਰ੍ਹਾਂ ਯਾਦ ਨਹੀਂ। ਬਹਰਾਲ ਮਾਕੋ ਦੀ ਪਹਾੜੀ ਦਾ ਮਤਲਬ ਕ੍ਰਾਸ ਕੀਤਾ ਸੀ ਅਸੀਂ। ਤੁਸੀਂ ਆ ਗਏ ਤੁਰਕੀ ਤੋਂ ਯੂਨਾਨ, ਫਿਰ ਕਿਵੇਂ ਆਏ ਹੋ? ਯੂਨਾਨ ਫਿਰ ਇਸ ਤਰ੍ਹਾਂ ਉੱਥੇ ਮਤਲਬ ਅਸੀਂ ਆਏ ਕੋਈ 3-4 ਦਿਨ ਰਹੇ ਹਾਂ। 3-4 ਦਿਨ ਤੋਂ ਬਾਅਦ ਉਹਨਾਂ ਨੇ ਫਿਰ ਆਖਿਆ ਜੀ ਪੇਮੈਂਟਾਂ ਹੋ ਗਈਆਂ। ਅਸੀਂ ਕਿਹਾ ਸਾਡੀਆਂ ਪੇਮੈਂਟਾਂ ਤਿਆਰ ਨੇ। ਉਸ ਤੋਂ ਬਾਅਦ ਉਹਨਾਂ ਨੇ ਇਹ ਦੂਸਰੀ ਐਂਬੂਲੈਂਸ ਦਾ ਬੰਦੋਬਸਤ ਕੀਤਾ। ਐਂਬੂਲੈਂਸ ਜਿਹੜੀ ਹੈ ਸੀ ਉਹਦੇ 52 ਬੰਦੇ ਸਨ। ਇੱਕ ਐਂਬੂਲੈਂਸ ਜੀ ਇੱਕ ਐਂਬੂਲੈਂਸ ਦੇ ਵਿੱਚ 52 ਬੰਦੇ ਉਹਨਾਂ ਨੇ ਪਾਏ ਸਨ, 52 ਬੰਦੇ ਗਿਣ ਕੇ। ਯਕਦਮ ਫਿਰ ਹੋੜ ਆਇਆ, ਇੱਕ ਨਾਲਾ ਜਾਇਆ, ਨਾਲੇ ਤੋਂ ਉਹਨਾਂ ਨੇ ਸਾਨੂੰ ਜਨਾਬ ਗੱਡੀ ਸਾਈਡ ਤੇ ਲਾਈਏ। ਉਹਨਾਂ ਨੇ ਧੱਕੇ ਮਾਰਨ ਜਿਸ ਤਰ੍ਹਾਂ ਜਾਨਵਰਾਂ ਨਾਲ ਹੀ ਨਹੀਂ ਬੰਦਾ ਸਲੂਕ ਕਰਦਾ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਕੀਤਾ। ਉਹਨਾਂ ਜਨਾਬ ਫਿਰ ਸਾਨੂੰ ਧੱਕਾ ਮਾਰਿਆ ਨਾਲੇ ਦੇ ਵਿੱਚ ਜਨਾਬ ਕਿਸੇ ਦੀ ਬਾਜ਼ੂ ਨੂੰ ਸੱਟ ਲੱਗ ਗਈ, ਕਿਸੇ ਨੂੰ ਗੋਡਨ ਨੂੰ ਸੱਟ ਲੱਗ ਗਈ। ਤੁਸੀਂ ਭੱਜ ਜਾਓ ਜਿੱਧਰ ਭੱਜਿਆ ਜਾਂਦਾ। ਹਾਂ ਥੱਲੇ ਨਾਲੇ ਦੇ ਕਹਿੰਦੇ ਸਨ ਥੱਲੇ ਜਾਓ। ਥੱਲੇ ਕਾਫੀ ਖਾਈ ਸੀ, ਨਾਲੇ ਦੇ ਵਿੱਚ ਅਸੀਂ ਸਾਰੀ ਰਾਤ ਸਫ਼ਰ ਕੀਤਾ। ਸਵੇਰ ਫਿਰ ਉਹ ਜਨਾਬ ਉਹਨਾਂ ਨੇ ਸਾਨੂੰ ਏਜੰਟਾਂ ਨੇ ਕਿਹਾ ਸੀ ਤੁਸੀਂ ਜਾਣਾ ਹੈ ਤੇ ਅੱਗੇ ਤੁਹਾਡੇ ਸ਼ਿਪ ਆਏਗਾ। ਅੱਗੇ ਗਿਆ ਤੇ ਸਵੇਰ ਸਪੀਡ ਬੋਟ ਸੀ ਤੇ ਅਸੀਂ ਉਸ ਜਗ੍ਹਾ ਰੌਲਾ ਪਾਇਆ। ਉਹਨੇ ਕਿਹਾ ਜੀ ਯੂਨਾਨ ਜਾਣਾ ਜੀ ਜਾਂ ਪਾਕਿਸਤਾਨ ਜਾਣਾ ਜੀ। ਮਜਬੂਰਨ ਸਾਨੂੰ ਫਿਰ ਸਪੀਡ ਬੋਟ 'ਤੇ ਬਹਿਣਾ ਪੈ ਗਿਆ। अच्छा मियाँ साहब ये दस दिओ कि टोटल कितना टाइम और किन्ने पैसे तुहाडे लगे सन अज तो 17 साल पहला? ਟੋਟਲ ਟਾਈਮ ਮੇਰੇ ਖਿਆਲ 29 ਦਿਨ ਲੱਗੇ ਸਨ। 29 ਦਿਨ ਤੇ 9.5 ਲੱਖ ਰੁਪਏ ਏਜੰਟਾਂ ਨੇ ਲਿਆ ਸੀ। ਲੱਖ ਰੁਪਇਆ ਮੇਰੇ ਕੋਲ ਆਪਣਾ ਖਰਚਾ ਸੀ ਉਸ। यानी अज तो 17 साल पहला तुसीं 10.5 लाख रुपया दे के आए हाँ साजे। जी बिल्कुल। और इत्थे आण के एक गैर कानूनी यकीनन तुसीं इलीगल साजे किन्ना चਿਰ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਿੰਨੀ ਦੇਰ ਬਾਅਦ ਤੁਹਾਡੇ ਪੇਪਰ ਬਣੇ ਸਨ? ਫਸਟ ਟਾਈਮ ਤੁਸੀਂ ਪਾਕਿਸਤਾਨ ਕਦੋਂ ਗਏ ਸਨ? ਪਾਕਿਸਤਾਨ ਇੱਥੇ ਆਏ ਆ ਤੇ ਬੜੀਆਂ ਮੁਸ਼ਕਲਾਤਾਂ ਹੋਈਆਂ ਨੇ ਕਾਫੀ ਜ਼ਿਆਦਾ ਨਾ। ਈਵਨ ਕਿ ਮਤਲਬ ਫੜੇ ਗਏ ਆ, ਮਤਲਬ ਪੇਪਰ ਨਹੀਂ ਸਨ।
7.5 ਮਹੀਨੇ ਜੇਲ੍ਹ ਵੀ ਕੱਟੀ ਹੈ, ਬੜੀ ਮੁਸ਼ਕਲ ਕੱਟੀ ਹੈ, ਬਿਮਾਰ ਹੋ ਗਿਆ ਸਾਂ ਜੇਲ੍ਹ ਦੇ ਵਿੱਚ। ਤਕਰੀਬਨ ਮੇਰਾ ਖਿਆਲ ਹੈ ਗਿਆ 13 ਸਾਲ ਬਾਅਦ। 13 ਸਾਲ ਬਾਅਦ ਜੀ ਠੀਕ ਹੈ। ਉਹ 13 ਸਾਲ ਕਹਿਣੇ ਬੜੇ ਆਸਾਨ ਨੇ, ਉਹਨਾਂ ਨੂੰ ਸ਼ਾਇਦ ਇੱਕ ਇੰਟਰਵਿਊ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੰਨੀਆਂ ਮੁਸ਼ਕਲਾਤ ਨੇ। ਬੜੀਆਂ ਕੰਮ ਤੇ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈ, ਹਰ ਜਗ੍ਹਾ ਤੁਸੀਂ ਘਰੋਂ ਬਾਹਰ ਨਹੀਂ ਨਿਕਲ, ਯਾਨੀ 13 ਸਾਲ ਤੁਸੀਂ ਇੱਕ ਕੈਦੀ ਬਣ ਕੇ ਯੂਨਾਨ 'ਚ ਰਹੇ ਹੋ। ਬਿਲਕੁਲ ਠੀਕ ਹੈ। ਬਲਕਿ ਕੈਦ ਵੀ ਕੱਟੀ ਹੈ ਇਸ ਦੌਰਾਨ, ਕੈਦ ਵੀ ਕੱਟੀ ਜੀ। ਨਵੇਂ ਜਿਹੜੇ ਲੋਕ ਤੁਹਾਨੂੰ ਵੇਖਣ ਡਏ ਨੇ, ਬੱਚੇ ਜਨਰੇਸ਼ਨ, ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ? ਸਾਡਾ ਤਾਂ ਸਾਰੇ ਹੀ ਪੈਗਾਮ ਹੋਏਗਾ ਨਵੇਂ ਲੋਕਾਂ ਨੂੰ ਖਾਸ ਤੌਰ ਤੇ ਕਿ ਖੁਦਾਰਾ ਤੁਸੀਂ ਇਸ ਤਰ੍ਹਾਂ ਡੰਕੀ ਲਾ ਕੇ ਨਾ ਆਓ, ਇਹ ਬਿਲਕੁਲ ਸਿੱਧੀ ਮੌਤ ਜੇ। ਠੀਕ ਹੈ, ਸਿੱਧੀ ਮੌਤ ਹੀ ਹੈ। ਹੁਣ ਤਾਂ ਵੈਸੇ ਹੀ ਬੜੀ ਯੂਨਾਨ ਦੇ ਵਿੱਚ ਕਾਫੀ ਯਾਨੀ ਕਿ ਹੁਣ ਫੈਸਿਲਿਟੀਜ਼ ਨੇ, ਜਦੋਂ ਅਸੀਂ ਆਏ ਸੀ ਇੰਦੀ ਫੈਸਿਲਿਟੀਜ਼ ਇੱਥੇ ਨਹੀਂ ਸਨ। ਹੁਣ ਤਾਂ ਵੀਜ਼ੇ ਮੇਰੇ ਨੇ, ਬਕਾਇਦਾ ਐਗਰੀਕਲਚਰ ਦੇ ਵੀਜ਼ੇ ਮੇਰੇ ਨੇ। ਤੁਸੀਂ ਆਣਾ ਤੇ ਲੀਗਲ ਤਰੀਕੇ ਨਾਲ ਆਓ ਤਾਂ ਕਿ ਤੁਹਾਡਾ ਮੁਸਤਕਬਲ ਹੋ, ਤੁਸੀਂ ਆਪਣਾ ਪਾਕਿਸਤਾਨ ਆ ਜਾ ਸਕੋ, ਤੁਹਾਡਾ ਇੱਥੇ ਕੰਮ ਸ਼ਮ ਕਰੋ, ਕਿਉਂਕਿ ਇਨਲੀਗਲ ਦੀ ਕੋਈ ਕਦਰ ਨਹੀਂ ਹੈ ਪੂਰੀ ਦੁਨੀਆ ਤੇ।